ਸੈਂਕੜੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੇਕਸੂਰੇ ਇਨੋਸੈਂਟ ਸਿਵਿਲੀਅਨਸ ਨਾਨ ਕੰਬੈਟੈਂਟਸ ਜਿਹੜੇ ਲੋਕ ਸਨ ਉਹ ਉੱਥੇ ਆਪਣੇ ਧਾਰਮਿਕ ਅਕੀਦੇ ਦੇ ਮੁਤਾਬਕ ਆਏ ਹੋਏ ਸਨ ਤੇ ਉਹਨਾਂ ਦੀਆਂ ਜਾਨਾਂ ਵੀ ਜਾਂਦੀਆਂ ਰਹੀਆਂ। ਅੱਜ ਦੇ ਦਿਨ ਨੂੰ ਉਸ ਵੇਲੇ ਸੰਗਤਾਂ ਜਿਸ ਕਾਰਜ ਕਰਕੇ ਇਕੱਠੀਆਂ ਹੋਈਆਂ ਸੀ ਦਰਬਾਰ ਸਾਹਿਬ ਕੰਪਲੈਕਸ ਵਿੱਚ, ਅਕਾਲ ਤਖਤ ਸਾਹਿਬ ਕੰਪਲੈਕਸ ਵਿੱਚ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖੇ ਹੋਈਆਂ ਸੀ। ਕਿਉਂਕਿ ਜੇ ਅਸੀਂ ਇਕੱਲਾ ਆਪਰੇਸ਼ਨ ਬਲੂ ਸਟਾਰ ਕਹਾਂਗੇ ਤਾਂ ਉਹ ਬਣ ਜਾਊਗਾ ਸਟੇਟ ਨੈਰੇਟਿਵ। ਜਿਵੇਂ ਗੁਰੂ ਅਰਜਨ ਸਾਹਿਬ ਦੀ ਜੇ ਗੱਲ ਕਰਾਂਗੇ ਅਸੀਂ ਇਹ ਥੋੜੀ ਕਹਾਂਗੇ ਕਿ ਜਹਾਂਗੀਰ ਨੇ ਕਿਹੜਾ ਨੈਰੇਟਿਵ ਦਿੱਤਾ, ਅਸੀਂ ਗੱਲ ਕਰਾਂਗੇ ਕਿ ਗੁਰੂ ਅਰਜਨ ਸਾਹਿਬ ਦਾ ਕੀ ਨੈਰੇਟਿਵ ਆ, ਭਾਈ ਗੁਰਦਾਸ ਜੀ ਦਾ ਕੀ ਨੈਰੇਟਿਵ ਆ। ਸਹਿ ਨਹੀਂ ਸਕਦਾ ਕੋਈ ਵੀ ਸਿੱਖ, ਭਾਵੇਂ ਉਹ ਮੀਟ ਖਾਂਦਾ ਨਹੀਂ ਖਾਂਦਾ, ਕੇਸ ਰੱਖਦਾ ਨਹੀਂ ਰੱਖਦਾ, ਅੰਮ੍ਰਿਤ ਛਕਦਾ ਨਹੀਂ ਛਕਦਾ, ਕਾਂਗਰਸ ਆ, ਅਕਾਲੀ ਆ, ਜੋ ਵੀ ਨੇ, ਕੋਈ ਨਹੀਂ ਸਹਿ ਸਕਦਾ ਕਿ ਸਾਡੇ ਗੁਰੂ ਦਾ ਬੜਾ ਕੰਪਲੈਕਸ ਆ, ਗੁਰੂ ਅਰਜਨ ਸਾਹਿਬ ਦਾ ਕੰਪਲੈਕਸ ਬਣਾਇਆ ਹੋਇਆ ਜਿਹੜਾ, ਕਿ ਉਸ ਤੇ ਕੋਈ ਵੀ ਸਰਕਾਰ, ਭਾਵੇਂ ਸਿੱਖ ਉਹਦੇ ਚ ਰਲੇ ਹੋਏ ਨੇ ਨਹੀਂ ਰਲੇ ਹੋਏ ਸਟੇਟ ਰੀਜ਼ਨ ਕਰਕੇ, ਵੀ ਡੋਂਟ ਐਕਸੈਪਟ ਇਟ। ਉਹ ਨੈਰੇਟਿਵ ਹੁਣ ਆਣਾ ਬੜਾ ਕਲੀਅਰਲੀ ਸ਼ੁਰੂ ਹੋ ਗਿਆ। ਇਸੇ ਕਰਕੇ ਜ਼ਖਮ ਹਲੇ ਤਾਜ਼ਾ ਹੋ ਗਏ ਨੇ। ਜਿਹੜੇ ਬੱਚੇ ਬਾਅਦ ਦੇ ਵਿੱਚ ਵੀ ਜਨਮ ਲਿਆ ਉਹਨਾਂ ਨੇ ਔਰ ਉਹਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਦੱਸਿਆ, ਅੱਜ ਜਿਹੜੀ ਦੂਜੀ ਤੀਜੀ ਪੀੜ੍ਹੀ ਤੇ ਕੀ ਇੰਪੈਕਟ ਪਿਆ ਇਹਦਾ। ਸਰ ਹਰਿੰਦਰ ਸਿੰਘ, ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋਅ ਵਿੱਚ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਘੱਲੂਘਾਰਾ ਦਿਵਸ ਦੇ ਸਬੰਧ ਦੇ ਵਿੱਚ ਅੱਜ ਗੱਲਬਾਤ ਹੋਣੀ ਆ। ਅੱਜ 3 ਜੂਨ ਆ। ਇਹ ਉਹ ਮਨਹੂਸ ਦਿਨ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਫੌਜਾਂ ਨੇ ਹਮਲਾ ਕਰ ਦਿੱਤਾ ਔਰ ਉਸ ਤੋਂ ਬਾਅਦ ਸੈਂਕੜੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੇਕਸੂਰੇ ਇਨੋਸੈਂਟ ਸਿਵਿਲੀਅਨਸ ਨਾਨ ਕੰਬੈਟੈਂਟਸ ਜਿਹੜੇ ਲੋਕ ਸਨ ਉਹ ਉੱਥੇ ਆਪਣੇ ਧਾਰਮਿਕ ਅਕੀਦੇ ਦੇ ਮੁਤਾਬਕ ਆਏ ਹੋਏ ਸਨ ਤੇ ਉਹਨਾਂ ਦੀਆਂ ਜਾਨਾਂ ਵੀ ਜਾਂਦੀਆਂ ਰਹੀਆਂ। ਔਰ ਜਿਹੜਾ ਜ਼ੁਲਮੋ ਸਿਤਮ ਹੋਇਆ 1984 ਤੋਂ ਬਾਅਦ ਹਰ ਸਾਲ ਅਸੀਂ ਉਸ ਨੂੰ ਚੇਤੇ ਕਰਦੇ ਹਾਂ ਅਤੇ ਉਹ ਗੱਲਬਾਤ ਕਰਦੇ ਹਾਂ ਜਿਹੜੀ ਕਿ ਭੁੱਲੀ ਨਹੀਂ ਜਾ ਸਕਦੀ। ਅੱਜ ਸਾਡੇ ਨਾਲ ਸਿੱਖ ਸਕਾਲਰ ਸਰਦਾਰ ਹਰਿੰਦਰ ਸਿੰਘ ਟੈਕਸਿਸ ਗੱਲਬਾਤ ਕਰਨਗੇ ਔਰ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ, ਜਿੱਥੇ ਸਿੱਖ ਹਿਸਟਰੀ ਦੇ ਬਾਰੇ 'ਚ, ਸਿੱਖ ਘਟਨਾਵਾਂ ਦੇ ਜਿਹੜੀ ਸਿੱਖਾਂ ਨਾਲ ਹੋਈਆਂ ਉਹਨਾਂ ਦੇ ਮੁਤਲਕ ਸੱਚ ਲੱਭ ਕੇ ਲਿਆਉਣਾ ਅਤੇ ਉਸ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨਾ ਅਤੇ ਬਹੁਤ ਸਾਰਾ ਜਿਹੜਾ ਸਿੱਖਾਂ ਨਾਲ ਸੰਬੰਧਿਤ ਸਿੱਖ ਇਤਿਹਾਸ ਅਤੇ ਸਾਡੀਆਂ ਸਿੱਖਾਂ ਦੀਆਂ ਪ੍ਰਾਪਤੀਆਂ ਸੰਬੰਧੀ ਜਾਣਕਾਰੀ ਹੈ ਉਸ ਨੂੰ ਡਿਜੀਟਾਈਜ਼ ਕਰਨਾ, ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਸੀ ਜਿਹੜਾ ਉਹਨਾਂ ਨੇ ਆਰੰਭਿਆ ਅਤੇ ਬੜੀ ਕਾਮਯਾਬੀ ਨਾਲ ਉਸ ਨੂੰ ਨੇਪਰੇ ਵੀ ਚੜ੍ਹਿਆ ਅਤੇ ਚੜ੍ਹ ਰਿਹਾ ਹੈ। ਸੋ ਅੱਜ ਹਰਿੰਦਰ ਸਿੰਘ ਟੈਕਸਿਸ ਸਾਡੇ ਨਾਲ ਨੇ। ਸਰ ਸਾਹਿਬ ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਫਤਿਹ ਜੀ। ਅੱਜ ਘੱਲੂਘਾਰਾ ਦਿਵਸ ਦੇ ਸੰਬੰਧ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜਾਂ ਉਹ ਜਿਹੜਾ ਹਮਲਾ ਦਰਬਾਰ ਸਾਹਿਬ 'ਤੇ ਹੋਇਆ ਉਸ ਸੰਬੰਧ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੁਰੂ ਕਰਨਾ ਚਾਹੁੰਦਾ ਕਿ ਅੱਜ 3 ਜੂਨ ਹੈ। ਅੱਜ ਦੇ ਦਿਨ ਕੀ ਕੀ ਘਟਨਾਵਾਂ ਵਾਪਰੀਆਂ ਸਨ? ਜ਼ਰੂਰ ਜੀ। ਜਿਹੜਾ ਇਹ ਸਾਰਾ ਹਫਤਾ ਹੀ ਹੈਗਾ, ਇਹ ਜੇ ਅਸੀਂ ਅੱਜ ਦੇ ਦਿਨ ਨੂੰ ਉਸ ਵੇਲੇ ਸੰਗਤਾਂ ਜਿਸ ਕਾਰਜ ਕਰਕੇ ਇਕੱਠੀਆਂ ਹੋਈਆਂ ਸੀ ਦਰਬਾਰ ਸਾਹਿਬ ਕੰਪਲੈਕਸ ਵਿੱਚ, ਅਕਾਲ ਤਖਤ ਸਾਹਿਬ ਕੰਪਲੈਕਸ ਵਿੱਚ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖੇ ਹੋਈਆਂ ਸੀ। ਉਸ ਤੋਂ ਬਾਅਦ ਜੋ 84 ਵਿੱਚ ਹੋਇਆ ਨਾ, ਉਹਨੂੰ ਉਸ ਕਨੈਕਸ਼ਨ ਨਾਲ ਸਾਨੂੰ ਦੇਖਣਾ ਪਊ। 1606 ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਤੇ ਉਸ ਤੋਂ ਬਾਅਦ 370+ ਈਅਰਸ ਨਿਕਲ ਗਏ। ਉਸੇ ਸ਼ਹਾਦਤ ਨੂੰ ਮਨਾਇਆ ਜਾ ਰਿਹਾ ਤੇ ਉਦਣ ਹੀ ਸ਼ਹੀਦਾਂ ਦੇ ਸਰਤਾਜ ਦੇ ਦਿਨ ਮਨਾਉਣ ਵਾਲਿਆਂ ਦੇ ਵਾਲੇ ਦਿਨ ਪੂਰੇ ਪੰਜਾਬ ਨੂੰ ਸੀਲ ਕੀਤਾ ਜਾਂਦਾ। ਸਿਰਫ ਦਰਬਾਰ ਸਾਹਿਬ ਕੰਪਲੈਕਸ 'ਚ ਨਹੀਂ ਅਟੈਕ ਹੋਇਆ। ਇਨੀਸ਼ੀਅਲ ਫਾਈਂਡਿੰਗਸ ਕਹਿੰਦੀਆਂ ਸੀ 37 ਗੁਰਦੁਆਰੇ, ਲੇਟੈਸਟ ਫਾਈਂਡਿੰਗ ਕਹਿ ਰਹੀਆਂ 80 ਤੋਂ ਵੱਧ ਗੁਰਦੁਆਰਿਆਂ ਨੂੰ ਟਾਰਗੇਟ ਕੀਤਾ ਗਿਆ। 7 ਤੋਂ ਵੱਧ ਡਿਵੀਜ਼ਨਸ, ਬਟਾਲੀਅਨਸ ਯੂਜ਼ ਕੀਤੀਆਂ ਗਈਆਂ। 150,000 ਪੈਰਾ ਟਰੂਪਰਸ ਯੂਜ਼ ਕੀਤੇ ਗਏ। ਚੰਡੀ ਮੰਦਿਰ ਨੂੰ ਕਮਾਂਡ ਸੈਂਟਰ ਬਣਾ ਕੇ ਸਰਕਾਰ ਵੱਲੋਂ ਉਹਨੂੰ ਆਪਰੇਸ਼ਨ ਬਲੂ ਸਟਾਰ ਆਖਿਆ ਗਿਆ। ਘੱਲੂਘਾਰਾ ਸਾਡਾ ਲਫ਼ਜ਼ ਆ, ਇਹ ਸਮਝਣਾ ਜ਼ਰੂਰੀ ਆ, ਕਿਉਂਕਿ ਜੇ ਅਸੀਂ ਇਕੱਲਾ ਆਪਰੇਸ਼ਨ ਬਲੂ ਸਟਾਰ ਕਹਾਂਗੇ ਤਾਂ ਉਹ ਬਣ ਜਾਊਗਾ ਸਟੇਟ ਨੈਰੇਟਿਵ। ਜਿਵੇਂ ਗੁਰੂ ਅਰਜਨ ਸਾਹਿਬ ਦੀ ਜੇ ਗੱਲ ਕਰਾਂਗੇ ਅਸੀਂ ਇਹ ਥੋੜੀ ਕਹਾਂਗੇ ਕਿ ਜਹਾਂਗੀਰ ਨੇ ਕਿਹੜਾ ਨੈਰੇਟਿਵ ਦਿੱਤਾ, ਅਸੀਂ ਗੱਲ ਕਰਾਂਗੇ ਕਿ ਗੁਰੂ ਅਰਜਨ ਸਾਹਿਬ ਦਾ ਕੀ ਨੈਰੇਟਿਵ ਆ, ਭਾਈ ਗੁਰਦਾਸ ਜੀ ਦਾ ਕੀ ਨੈਰੇਟਿਵ ਆ। ਇਦਾਂ ਹੀ ਜੋ 1984 ਚ ਹੋਇਆ, ਸਟੇਟ ਨੇ ਆਪਣੇ ਵੱਲੋਂ ਆਪਰੇਸ਼ਨ ਕੀਤਾ, ਬਟ ਸਾਡਾ ਲਫ਼ਜ਼ ਆ ਘੱਲੂਘਾਰਾ। ਇਹ 18ਵੀਂ ਸ਼ਤਾਬਦੀ ਦਾ ਲਫ਼ਜ਼ ਆ। ਘੱਲੂਘਾਰਾ ਇੱਕ ਬੜਾ ਯੂਨੀਕ ਵਰਡ ਹੈਗਾ।
ਇਹ ਉਹ ਵਰਡ ਹੈ ਜਿਹਦੇ 'ਚ ਇਹ ਮਤਲਬ ਆਉਂਦਾ ਕਿ ਜਿਹੜੇ ਉੱਥੇ ਯਾਤਰੀ ਸੀ, ਜਿਹੜੇ ਉੱਥੇ EMPLOYEES ਵੀ ਸੀ SGPC ਦੇ, ਜਿਹੜੇ ਉੱਥੇ ਲੜਾਈ ਲੜ ਰਹੇ ਨੇ ਸਟੇਟ ਦੇ ਨਾਲ, ਸਾਰੇ ਹੀ ਉਹਦੇ 'ਚ ਇਨਕਲੂਡਡ ਨੇ। ਅਸੀਂ ਕਿਸੇ ਨੂੰ ਐਕਸਕਲੂਡ ਨਹੀਂ ਕਰਦੇ। ਘੱਲੂਘਾਰਾ ਸਾਡਾ ਕਲੈਕਟਿਵ ਮੈਮੋਰੀ, ਕਲੈਕਟਿਵ ਸਾਈਕੀ ਦਾ ਵਰਡ ਆ, ਜਿੱਥੇ ਵਿਦਆਊਟ ਐਨੀ ਐਕਸਕਿਊਜ਼ ਜਿਹੜੇ ਵੀ ਕਦੇ ਵੀ ਡਿਫੈਂਡ ਕਰਦੇ ਰਹੇ ਨੇ ਸਿੱਖਾਂ ਨੂੰ ਤੇ ਦਰਬਾਰ ਸਾਹਿਬ ਕੰਪਲੈਕਸ ਨੂੰ, ਉਹਨਾਂ 'ਚੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਵਿੱਚ ਆਉਣਗੇ, ਜਿਹੜੇ ਯਾਤਰੀ ਨੇ ਉਹ ਵੀ ਆਉਣਗੇ, ਕੰਬੈਟੈਂਟ ਤੇ ਨਾਨ ਕੰਬੈਟੈਂਟ ਦੋਨੋਂ ਹੀ ਆਉਣਗੇ, ਸਾਰੇ ਹੀ ਆਉਣਗੇ। ਇਹ ਕਿਉਂ ਅਟੈਕ ਕੀਤਾ ਗਿਆ? ਨੰਬਰ 1 ਸਵਾਲ ਇਹ ਆ, ਇਹ ਅਟੈਕ ਇੱਕ ਮੂਵਮੈਂਟ ਤੇ, ਇੱਕ ਜਥੇਬੰਦੀ ਤੇ, ਇੱਕ ਲੀਡਰ ਤੇ ਨਹੀਂ ਸੀ, ਇਹ ਸਮੁੱਚੀ ਕੌਮ ਤੇ ਸੀ। ਸਾਡਾ ਜਿਹੜਾ ਨਾਮ ਦਾ ਤੇ ਸ਼ਬਦ ਦਾ ਕਲਚਰ ਆ, ਜਿਹੜਾ ਗੁਰੂ ਅਰਜਨ ਸਾਹਿਬ ਨੇ ਦਿੱਤਾ ਸੀ, ਜਿਸ ਕਰਕੇ ਉਹਨਾਂ ਨੂੰ ਵੀ ਪੋਲੀਟੀਕਲੀ ਅਸੈਸੀਨੇਟ ਕੀਤਾ ਗਿਆ ਸੀ। ਸੇਮ ਕਾਰਨਾਂ ਕਰਕੇ ਜਿਹੜਾ ਸਟੇਟ ਹੈਗਾ 18th ਸੈਂਚੁਰੀ ਵਿੱਚ ਵੀ ਇਹ ਕਰਦਾ ਰਿਹਾ ਤੇ 20th ਸੈਂਚੁਰੀ 'ਚ ਉਹਨਾਂ ਨੇ ਕੀਤਾ। ਇਹ ਸਿੱਖ ਨੈਰੇਟਿਵ ਸਾਨੂੰ ਦੱਸਦਾ ਕਿ ਜੇ ਅਸੀਂ ਆਪਣੇ ਨਾਮ ਦੇ ਸ਼ਬਦ ਦੇ ਇੱਕ ਓੰਕਾਰ ਦੇ ਕਲਚਰ ਨੂੰ ਬਰਕਰਾਰ ਰੱਖਾਂਗੇ, ਇਹੋ ਜਿਹੇ ਅਟੈਕ ਜਿਵੇਂ 18th ਸੈਂਚੁਰੀ ਵਿੱਚ ਹੀ 7 ਵਾਰੀ ਹੋ ਗਏ ਸੀਗੇ, 2 ਵੱਡੇ, ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਵੀ ਆ ਗਏ ਆ, ਉਹਦੇ ਵਿੱਚ ਦਰਬਾਰ ਸਾਹਿਬ ਤੋਂ ਬਾਹਰ ਵੀ ਤੇ ਪੰਜਾਬ ਨੂੰ ਸੀਲ ਕਰਕੇ ਕੀਤਾ ਸੀ। ਸਿਮਿਲਰਲੀ 84 ਦੇ ਵਿੱਚ ਪੂਰੇ ਪੰਜਾਬ ਨੂੰ ਸੀਲ ਕੀਤਾ ਗਿਆ, ਪੂਰੇ ਰਿਪੋਰਟਰਸ ਨੂੰ ਬਾਹਰ ਕੱਢ ਦਿੱਤਾ ਗਿਆ, ਕੋਈ ਐਂਟਰੀ ਅਲਾਉਡ ਨਹੀਂ ਸੀ। ਸਿੱਖ ਕੁਝ ਨਹੀਂ ਹਾਈਡ ਕਰ ਰਹੇ, ਜੇ ਸਰਕਾਰ ਇਹ ਕਰ ਰਹੀ ਹੈ, ਓਨਲੀ ਦੇ ਹੈਵ ਸਮਥਿੰਗ ਟੂ ਹਾਈਡ। ਸੋ ਇਸ ਤੀਜੇ ਘੱਲੂਘਾਰੇ ਦਾ ਜਿਹੜਾ ਇੰਪੈਕਟ ਪਿਆ ਉਸ ਵਕਤ ਦਾ ਜਿਹੜਾ ਪਿਆ ਸੋ ਪਿਆ, ਉਸ ਤੋਂ ਬਾਅਦ ਜਿਉਂ-ਜਿਉਂ ਵਕਤ ਗੁਜ਼ਰਦਾ ਗਿਆ ਤਿਉਂ-ਤਿਉਂ ਹੋਰ ਜਾਣਕਾਰੀ ਨਿਕਲਦੀ ਚਲੀ ਗਈ ਔਰ ਜਿਉਂ ਚੰਨ ਹੁੰਦਾ ਚਲਿਆ ਗਿਆ। ਬੇਸ਼ੱਕ ਇਸ ਨੂੰ ਕਈ ਲੋਕਾਂ ਨੇ ਕਿਹਾ ਕਿ ਭੁੱਲ ਜਾਣਾ ਚਾਹੀਦਾ, ਇਹਨੂੰ ਹੁਣ ਬਹੁਤ ਹੋ ਚੁੱਕਾ ਹੈ, ਮੁਆਫੀ ਵਗੈਰਾ ਦੀ ਗੱਲਬਾਤ ਵੀ ਚੱਲੀ, ਪਰ ਇਸ ਜਿਹੜੀ ਇਹ ਘਟਨਾ ਸੀ, ਘਟਨਾ ਨਹੀਂ, ਜਿਹੜਾ ਇਹ ਘੱਲੂਘਾਰਾ ਸੀ, ਘੱਲੂਘਾਰੇ ਦਾ ਹੋਰ ਮੈਨੂੰ ਕੋਈ ਸ਼ਬਦ ਨਹੀਂ ਲੱਭ ਰਿਹਾ, ਇਹ ਲੋਕਾਂ ਨੂੰ, ਸਿੱਖਾਂ ਨੂੰ ਪਾਰਟਿਕੂਲਰਲੀ ਭੁੱਲ ਨਹੀਂ ਰਿਹਾ ਔਰ ਇਸੇ ਕਰਕੇ ਜ਼ਖਮ ਹਲੇ ਤਾਜ਼ਾ ਹੋ ਗਏ ਨੇ। ਜਿਹੜੇ ਬੱਚੇ ਬਾਅਦ ਦੇ ਵਿੱਚ ਵੀ ਜਨਮ ਲਿਆ ਉਹਨਾਂ ਨੇ ਔਰ ਉਹਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਦੱਸਿਆ, ਅੱਜ ਜਿਹੜੀ ਦੂਜੀ ਤੀਜੀ ਪੀੜ੍ਹੀ 'ਤੇ ਕੀ ਇੰਪੈਕਟ ਪਿਆ ਇਹਦਾ, ਸਰ ਹਰਿੰਦਰ ਸਿੰਘ? ਇਹਦਾ ਜੀ, ਇਹ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਨਾ ਕਿ ਜਿਹੜਾ ਸਿੱਖ ਨੈਰੇਟਿਵ ਆ ਉਹਦਾ ਹੀ ਇੰਪੈਕਟ ਪੈ ਰਿਹਾ। ਸਟੇਟ ਨੈਰੇਟਿਵ ਜਿਹਦੇ ਕੋਲ ਇੰਨੀ ਅਸੀਂ ਕਹਾਂਗੇ ਕਿ ਐਮਿਨੇਸ਼ਨਸ ਨੇ, ਜਿਹੜੇ ਉਹਨਾਂ ਨੇ ਉਸ ਵੇਲੇ ਵਰਤੇ, ਜਿਹੜੇ ਉਸ ਤੋਂ ਬਾਅਦ ਪ੍ਰੋਪੇਗੈਂਡਾ ਵਾਰ 'ਚ ਵਰਤੇ, ਉਹ ਐਮਿਨੇਸ਼ਨ ਨੂੰ ਕਾਊਂਟਰ ਕਿਵੇਂ ਕੀਤਾ ਗਿਆ? ਉਹ ਕਾਊਂਟਰ ਕੀਤਾ ਗਿਆ ਸਿੱਖਾਂ ਦੇ ਆਪਣੇ ਨੈਰੇਟਿਵ ਦੇ ਰਾਹੀਂ। ਉਹਦਾ ਇੰਪੈਕਟ ਇਹ ਹੈ ਕਿ ਜਿਹੜੇ 20 ਸਾਲ ਪਹਿਲਾਂ, 30 ਸਾਲ ਪਹਿਲਾਂ ਜਿਨ੍ਹਾਂ ਨੇ 1984 ਦੇ ਨੈਰੇਟਿਵ ਨੂੰ ਜਿੰਦਾ ਰੱਖਿਆ, ਉਹਨਾਂ ਨੂੰ ਸਰਕਾਰ ਟੈਰਰਿਸਟ ਆਖਦੀ ਰਹੀ। ਅੱਜ ਇਹ ਹੋ ਗਿਆ ਕਿ ਪਿਛਲੇ 5-7 ਸਾਲਾਂ 'ਚ ਹੁਣ ਦੇਖੋ ਇੰਪੈਕਟ। ਮੈਂ ਪੋਲੀਟੀਕਲੀ ਜੇ ਸਿੱਖ ਪੋਲੀਟਿਕਸ ਦੇ ਵਿੱਚੋਂ ਵੀ ਦੇਖਾਂ, ਇਹ ਪਹਿਲਾ ਸਾਲ ਹੈ ਕਿ SGPC ਵੀ ਲਗਾਤਾਰ ਟਵੀਟ ਕਰ ਰਹੀ ਹੈ ਜੂਨ ਦੇ ਬਾਰੇ। ਕੁਝ ਸਾਲ ਹੋਏ SGPC ਦੇ ਵਿੱਚ ਜਿਹੜੇ ਅਕਾਲੀਆਂ ਵੱਲੋਂ ਰਾਜ ਸਭਾ ਦੇ ਮੈਂਬਰ ਭੇਜੇ ਗਏ ਸੀ, IK ਗੁਜਰਾਲ ਦੇ ਸਨ, ਉਹਨਾਂ ਨੂੰ ਮੈਂ ਪੈਰਾਫਰੇਜ਼ ਕਰਾਂਗਾ। ਉਹ ਕਹਿੰਦੇ ਕਿ 84 ਨਵੰਬਰ ਦੇ ਬਾਰੇ ਤਾਂ ਬੜਾ ਕਲੀਅਰ ਹੀ ਆ, ਬਟ ਜੂਨ 84 ਸਟੇਟ ਕੀ ਹਾਈਡ ਕਰ ਰਿਹਾ, ਇੰਡੀਅਨ ਸਟੇਟ, ਇਹ ਦੱਸਣਾ ਜ਼ਿਆਦਾ ਜ਼ਰੂਰੀ ਹੈ, ਇਹ ਖੋਲ ਕੇ ਲੈ ਕੇ ਆਓ। ਸੋ ਸਿੱਖ ਸਾਈਕੀ ਤੇ ਦਾ ਕੀ ਫਰਕ ਪਿਆ ਉਹ ਅਸੀਂ ਦੇਖਾਂਗੇ। ਜਿਵੇਂ ਸਾਡੇ ਕੋਲ ਅਹਿਮਦ ਸ਼ਾਹ ਅਬਦਾਲੀ ਦੇ ਅਟੈਕ ਵੇਲੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸ਼ਹੀਦ ਨੇ ਆਪਣੇ 30 ਯਾਰਾਂ ਦੇ ਨਾਲ ਖੜ ਕੇ ਲਾੜਾ ਬਣ ਕੇ ਮੌਤ ਨੂੰ ਵਿਆਇਆ ਸੀ। ਉਹ ਗੁਰਦੁਆਰਾ ਬਣਿਆ ਹੋਇਆ ਸ਼ਹੀਦਗੰਜ ਸ੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ। ਉਹੀ ਨੈਰੇਟਿਵ ਹੁਣ ਬੈਟਲ ਆਫ ਅੰਮ੍ਰਿਤਸਰ ਦੇ ਰੂਪ ਵਿੱਚ ਆਉਣਾ ਸ਼ੁਰੂ ਹੋ ਗਿਆ, ਜੰਗ ਹਿੰਦ ਪੰਜਾਬ ਦੇ ਰੂਪ ਵਿੱਚ ਆਉਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਨੇ, ਬਿਕੋਜ਼ ਸਟੇਟ ਨੇ ਆਪਣੇ ਲਾਇਜ਼ ਬਰਕਰਾਰ ਰੱਖੇ ਕੋਟ ਔਨ ਕੋਟ ਵਾਈਟ ਪੇਪਰਸ ਦੇ ਰਾਹੀਂ। ਬਟ ਜਿਹੜੀਆਂ ਹੁਣ ਚਸ਼ਮਦੀਦ ਗਵਾਹ ਨੇ, ਜਿਹੜੇ ਹੁਣ ਨੌਨ ਸਿੱਖ ਨੈਰੇਟਿਵਸ ਨੇ, ਜਿਹੜੇ ਹੁਣ ਉਸ ਵੇਲੇ ਦੇ ਅਫਸਰ ਸੀ, ਉਹ ਵੀ ਕਿਤਾਬਾਂ ਲਿਖ ਰਹੇ ਨੇ, ਉਹ ਥੋੜਾ ਦੱਸ ਰਹੇ ਨੇ। ਹੁਣੇ ਪ੍ਰੀ ਆਰਡਰ ਬੁੱਕ ਦਾ ਅਵੇਲੇਬਲ ਹੈ, ਅੱਜ ਸਵੇਰੇ ਨਿਊਜ਼ ਪੜ੍ਹੀ ਹੈ ਕਿ ਜਿਹੜੇ ਉਸ ਵੇਲੇ DC ਆਫ ਅੰਮ੍ਰਿਤਸਰ ਸੀਗੇ, ਉਹ ਰਵੀ ਇੰਦਰ ਸਿੰਘ, ਉਹਨਾਂ ਨੇ ਵੀ ਨਵੀਂ ਕਿਤਾਬ ਛਾਪਦੀ ਆ। ਉਹ ਇੱਕ ਆਪਣਾ ਵਰਜਨ ਦੇ ਰਹੇ ਨੇ, ਮਾਰਕ ਟੱਲੀ ਨੇ ਆਪਣੇ ਵਰਜਨ ਦਿੱਤੇ। ਉਹ ਆਂਦਾ ਹੌਲੀ ਹੌਲੀ ਥੋੜਾ ਸੱਚ ਬਾਹਰ ਆਣਾ, ਬਟ ਉਹ ਸਟਿਲ ਸਟੇਟ ਨੈਰੇਟਿਵ ਦਾ ਹੀ ਹਿੱਸਾ ਹੈਗਾ, ਕਿਉਂਕਿ 40 ਸਾਲ ਹੋਣ ਲੱਗੇ ਨੇ, 38 ਸਾਲ ਹੋ ਗਏ। ਸਿੱਖ ਨੈਰੇਟਿਵ ਕਿਹੜਾ ਕਿ ਦੇਖੋ ਸਾਈਕੀ ਤੇ ਕਿੰਨਾ ਇਫੈਕਟ ਸੀ ਕਿ ਉਸ ਵੇਲੇ ਦੇ ਜਿਹੜੇ ਪੁਰਸਕਾਰ ਲੈ ਬੈਠੇ ਸੀ ਇੰਡੀਅਨ ਸਟੇਟ ਦੇ, ਇਨਕਲੂਡਿੰਗ ਖੁਸ਼ਵੰਤ ਸਿੰਘ ਵਰਗੇ, ਉਹਨਾਂ ਨੇ ਵੀ ਆਪਣਾ ਮੈਡਲ ਵਾਪਸ ਕਰਤਾ। ਉਹਨਾਂ ਨੂੰ ਜੇ ਕੋਟ ਕਰਕੇ ਸਮਝਣਾ ਹੋਵੇ ਥੋੜਾ ਜਿਹਾ,
ਉਹ ਕਹਿੰਦੇ ਨੇ ਭਿੰਡਰਾਂਵਾੜੇ ਵਾਲੇ ਵੀ ਕਿ ਹੀ ਫੌਟ ਲਾਈਕ ਅ ਟਾਈਗਰ, ਹੀ ਡਿਡਨਟ ਐਗਰੀ ਵਿਦ ਹਿਮ। ਸੋ ਸਿੱਖ ਸਾਈਕੀ ਨੇ ਉਸ ਤੇ ਕੰਪਲੀਟ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਖਤਮ ਹੋ ਗਏ ਸੀ, ਕਿਉਂਕਿ ਅਸੀਂ ਸਹਿ ਨਹੀਂ ਸਕਦਾ ਕੋਈ ਵੀ ਸਿੱਖ, ਭਾਵੇਂ ਉਹ ਮੀਟ ਖਾਂਦਾ ਨਹੀਂ ਖਾਂਦਾ, ਕੇਸ ਰੱਖਦਾ ਨਹੀਂ ਰੱਖਦਾ, ਅੰਮ੍ਰਿਤ ਛਕਦਾ ਨਹੀਂ ਛਕਦਾ, ਕਾਂਗਰਸ ਆ ਅਕਾਲੀ ਆ ਜੋ ਵੀ ਨੇ, ਕੋਈ ਨਹੀਂ ਸਹਿ ਸਕਦਾ ਕਿ ਸਾਡੇ ਗੁਰੂ ਦਾ ਬੜਾ ਕੰਪਲੈਕਸ ਆ, ਗੁਰੂ ਅਰਜਨ ਸਾਹਿਬ ਦਾ ਕੰਪਲੈਕਸ ਬਣਾਇਆ ਹੋਇਆ ਜਿਹੜਾ, ਕਿ ਉਸ ਤੇ ਕੋਈ ਵੀ ਸਰਕਾਰ, ਭਾਵੇਂ ਸਿੱਖ ਉਹਦੇ ਚ ਰਲੇ ਹੋਏ ਨੇ ਨਹੀਂ ਰਲੇ ਹੋਏ ਸਟੇਟ ਰੀਜ਼ਨ ਕਰਕੇ, ਵੀ ਡੋਂਟ ਐਕਸੈਪਟ ਇਟ। ਉਹ ਨੈਰੇਟਿਵ ਹੁਣ ਆਣਾ ਬੜਾ ਕਲੀਅਰਲੀ ਸ਼ੁਰੂ ਹੋ ਗਿਆ, ਕਿਉਂਕਿ ਜਿਹੜੀ ਸੈਕੰਡ ਜਨਰੇਸ਼ਨ ਵੀ ਆ, ਤੇ ਜਿਵੇਂ ਤੁਸੀਂ ਇਸ਼ਾਰਾ ਕੀਤਾ ਜਿਹੜੀ ਥਰਡ ਜਨਰੇਸ਼ਨ ਵੀ ਆ, ਉਹ ਨਿਧੜ ਹੋ ਕੇ ਇਹਦੀਆਂ ਹੋਰ ਗੱਲਾਂ ਕਰ ਰਹੀ ਆ। ਕੌਮ ਦੇ ਗੱਲਾਂ ਆਪਣੇ ਗਾਣਿਆਂ ਵਿੱਚ ਕਰ ਰਹੇ ਨੇ, ਉਹ ਗੱਲਾਂ ਆਪਣੀਆਂ ਮੂਵੀਆਂ ਵਿੱਚ ਕਰ ਰਹੇ ਨੇ, ਉਹ ਲਿਵਿੰਗ ਹਿਸਟਰੀ ਪ੍ਰੋਜੈਕਟਸ ਰਾਹੀਂ ਕਰ ਰਹੇ ਨੇ, ਉਹ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਹਿੰਦੁਸਤਾਨ ਤੇ ਹਿੰਦੁਸਤਾਨ ਦੇ ਬਾਹਰ ਨੇ ਉਹਨਾਂ ਨਾਲ ਰਲ ਕੇ ਇਹਦੇ ਪ੍ਰੋਕਲੇਮੇਸ਼ਨਸ ਪਾਸ ਕਰਾ ਰਹੇ ਨੇ। ਉਹ ਜਿਹੜਾ ਸਿੱਖ ਨੈਰੇਟਿਵ ਸੀ ਹੁਣ ਉਹ ਮੇਨ ਸਟ੍ਰੀਮ ਵਿੱਚ ਐਕਸੈਪਟੇਬਲ ਹੋਣਾ ਸ਼ੁਰੂ ਹੋ ਗਿਆ। ਕੌਮ ਦੇ ਬੁੱਧੀਜੀਵੀ ਜਦੋਂ ਰਲ ਕੇ ਬੈਠਦੇ ਨੇ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਨੈਰੇਟਿਵ ਨਿਕਲਦਾ, ਇੱਕ ਜਿਹੜੀ ਹੋਰ ਕਨਵਰਸੇਸ਼ਨ ਆ ਰਹੀ ਹੈ, ਉਹ ਕਹਿੰਦੇ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜੇ ਪੰਜਾਬ ਦੇ ਸਿੱਖ ਬਾਹਰਲੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਖਿੰਡੇ ਨਾ ਹੁੰਦੇ, ਜਿਸ ਤਰੀਕੇ ਨਾਲ ਇਹ ਹਮਲਾ ਹੋਇਆ, ਜਿਸ ਤਰੀਕੇ ਨਾਲ ਇਹ ਘੱਲੂਘਾਰਾ ਹੋਇਆ, ਜਿਸ ਤਰੀਕੇ ਨਾਲ ਸਰਕਾਰ ਦਾ ਜ਼ੋਰ ਸੀ ਤੇ ਉਹਨਾਂ ਦੇ ਪ੍ਰੋਪੇਗੰਡਾ ਨੇ ਇਸ ਨੂੰ ਦਬਾਉਣਾ ਚਾਹਿਆ, ਸ਼ਾਇਦ ਜੇ ਬਾਹਰਲੇ ਮੁਲਕ ਦੇ ਸਿੱਖ ਇਸ ਤਰੀਕੇ ਨਾਲ ਇਸ ਨੂੰ ਹੈਂਡਲ ਨਾ ਕਰਦੇ ਤਾਂ ਅੱਜ ਜਿਹੜੀ ਆ ਗੱਲ ਬਹੁਤ ਹੱਦ ਤੱਕ ਸਾਹਮਣੇ ਸਪਸ਼ਟ ਹੋ ਕੇ ਨਾ ਆਉਂਦੀ, ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਗੁੱਝੀਆਂ ਰਹਿ ਜਾਂਦੀਆਂ। ਬਾਹਰਲੇ ਮੁਲਕਾਂ ਦੇ ਸਿੱਖਾਂ ਨੂੰ ਅੰਗਰੇਜ਼ੀ ਬੋਲੀ ਆਉਣੀ ਔਰ ਉਹਨਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਬੋਲੀ ਆਉਣੀ ਜਿਹੜੇ ਜਵਾਨ ਹੋ ਰਹੇ ਸਨ, ਇਹ ਇੱਕ ਹੋਰ ਬਹੁਤ ਵੱਡਾ ਬੈਨੀਫਿਟ ਰਿਹਾ, ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਦੱਸ ਦਿੱਤਾ ਕਿ ਹਿੰਦੁਸਤਾਨ ਦੇ ਵਿੱਚ ਸਿੱਖ ਕੌਮ ਨਾਲ ਕੀ ਕੁਝ ਕੀਤਾ ਗਿਆ। ਹਾਂਜੀ ਬਿਲਕੁਲ, ਮੈਂ ਇਹ ਕਹਾਂਗਾ ਕਿ ਉਹਦੇ ਨਾਲ ਨਾਲ ਲੇਕਿਨ ਅਸੀਂ ਪੰਜਾਬ ਦੇ ਤੇ ਹਿੰਦੁਸਤਾਨ ਦੇ ਵਿੱਚ ਵਸਦੇ ਸਿੱਖਾਂ ਨੂੰ ਨਾ ਭੁੱਲ ਜਾਈਏ। ਉਹਨਾਂ ਨੇ ਤਾਂ ਆਪਣੀਆਂ ਡਾਇਰੈਕਟ ਰਿਸਕਸ ਲੈ ਕੇ ਇਹ ਨੈਰੇਟਿਵ ਜਾਰੀ ਰੱਖਿਆ। ਉੱਥੇ ਵੀ ਬੜੇ ਵਧੀਆ ਵਧੀਆ ਗਾਣੇ ਆਏ, ਉੱਥੇ ਵੀ ਵਧੀਆ ਮੂਵੀਆਂ ਬਣੀਆਂ, ਬਟ ਉਹ ਨੈਰੇਟਿਵ ਨੂੰ ਦਬਾ ਦਿੱਤਾ ਜਾਂਦਾ ਸੀ, ਕਿਉਂਕਿ ਜਦ ਕੋਈ ਵੀ ਸਟੇਟ, ਭਾਵੇਂ ਉਹ ਦੇਖਣ ਨੂੰ ਜਮਹੂਰੀਅਤ ਜਾਂ ਡੈਮੋਕ੍ਰੇਸੀ ਹੋਵੇ, ਬਟ ਜਦੋਂ ਐਮਰਜੈਂਸੀਆਂ ਲਾਗੂ ਕਰਦੇ ਨੇ, ਪ੍ਰੈਜ਼ੀਡੈਂਟ ਰੂਲ ਲਾਗੂ ਕਰਦੇ ਨੇ, ਦੇ ਆਪਰੇਟ ਐਜ਼ ਅ ਸਿਕਿਉਰਿਟੀ ਸਟੇਟ। ਉਹ ਸਿਕਿਉਰਿਟੀ ਸਟੇਟ ਬਣਨ ਦੇ ਬਾਵਜੂਦ, ਪੰਜਾਬ ਨੂੰ ਉਸ ਤਰ੍ਹਾਂ ਦਾ ਆਕਿਊਪਾਈ ਕਰਨ ਦੇ ਬਾਵਜੂਦ ਉਹਨਾਂ ਨੇ ਨੈਰੇਟਿਵ ਜਾਰੀ ਰੱਖਿਆ। ਉਹ ਹੁਣ ਉਹਨਾਂ ਨੂੰ ਤਾਂ ਉਹ ਕਹਿੰਦੇ ਸੀ ਇਹ ਤਾਂ ਜੀ ਭਟਕੇ ਹੋਏ ਨੇ, ਇਹ ਤਾਂ ਜੀ ਹਥਿਆਰ ਚੱਕ ਰਹੇ ਨੇ, ਇਹ ਤਾਂ ਜੀ ਅਨਪੜ੍ਹ ਨੇ, ਹਾਂ ਸਭ ਪ੍ਰੋਪੇਗੈਂਡਾ, ਹਾਲਾਂਕਿ ਪੜ੍ਹਿਆ ਲਿਖਿਆ ਨੇ ਵੀ ਬੜਿਆਂ ਨੇ ਚੱਕੇ ਸੀ। ਉਹਦਾ ਫਰਕ ਇਹ ਹੋਇਆ ਕਿ ਜਿਹੜੀ ਰਿਮੂਵਡ ਜਨਰੇਸ਼ਨ ਆ ਹੁਣ ਅੱਜ ਦੀਆਂ ਸਰਕਾਰਾਂ ਵਿੱਚ ਬਾਇਦਾ ਵੇ ਉਹਨਾਂ ਨੂੰ ਵੀ ਇਹ ਪਿਆ ਹੋਇਆ, ਉਹ ਹੁਣ ਵੀ ਖਾਲਿਸਤਾਨ ਦਾ ਪ੍ਰੋਪੇਗੈਂਡਾ ਬਣਾ ਕੇ ਕੈਨੇਡਾ ਵਿੱਚ, US ਦੇ ਵਿੱਚ, ਇੰਗਲੈਂਡ ਦੇ ਵਿੱਚ ਕਿਉਂ ਕਰਦੇ ਨੇ? ਕਿਉਂਕਿ ਐਕਚੁਅਲੀ ਉਹ 84 ਦਾ ਟਰੂਥ ਬਣਾਉਣਾ ਅਜੇ ਵੀ ਨਹੀਂ ਲਿਆਉਣਾ ਚਾਹੁੰਦੇ। ਬਟ ਇਹਦੇ ਵਿੱਚ ਇੱਕ ਬਹੁਤ ਵੱਡੀ ਗੁੱਡ ਨਿਊਜ਼ ਆ, ਉਹ ਬਹੁਤ ਵੱਡੀ ਇੱਕ ਜਿਹੜੀ ਚੰਗੀ ਨਿਊਜ਼ ਆ, ਇਹ ਆ ਕਿ ਇਹ ਹੁਣ ਹਟਾਇਆ ਨਹੀਂ ਜਾ ਸਕਦਾ। ਇਹ ਜਿਹੜੀ ਲਾਇਜ਼ ਸੀਗਾ ਨਾ, 100% ਲਾਇਜ਼ ਜਿਹੜੇ ਕ੍ਰੀਏਟ ਕੀਤੇ ਗਏ ਸੀਗੇ, ਕਿਉਂਕਿ ਉਸ ਵੇਲੇ ਦੇ ਜਰਨੈਲ, ਤੁਸੀਂ ਇਹਨੂੰ ਦੇਖੋ, SK ਸਿਨਹਾ, ਉਹਨਾਂ ਨੇ ਤਾਂ ਸਿੱਧਾ ਹੀ ਦੱਸਿਆ ਕਿ ਇੰਦਰਾ ਗਾਂਧੀ ਟੀਵੀ ਤੇ ਜਾ ਕੇ, ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੇ, ਕਹਿੰਦੇ ਨੇ ਕਿ ਅਸੀਂ ਇਹ ਨਹੀਂ ਕਰਨਾ ਚਾਹੁੰਦੇ ਨੇ, ਅਸੀਂ ਤਾਂ ਪੀਸਫੁਲੀ ਕਰਨਾ ਚਾਹੁੰਦੇ। ਉਹ ਕਹਿੰਦੇ ਇਟਸ ਨਾਟ ਟਰੂ, ਕਿਉਂਕਿ ਮੈਨੂੰ ਆਰਡਰ ਦਿੱਤਾ ਗਿਆ 16 ਮਹੀਨੇ ਪਹਿਲਾਂ ਕਿ ਮਾਡਲਸ ਬਣਾ ਕੇ ਇੱਥੇ ਡਿਸਟਰਕਸ਼ਨ ਦਾ ਕੰਮ ਸ਼ੁਰੂ ਕਰੋ। ਸੋ ਉਸ ਕਿਸਮ ਦੇ ਜਿਹੜੇ ਵੱਡੇ ਲਾਇਜ਼ ਸੀ, ਜਿਨ੍ਹਾਂ ਨੇ ਜਿਹੜੀ ਹੱਡਬੀਤੀ ਦੇ ਲੈਵਲ ਤੇ ਜਾਂ ਆਈ ਵਿਟਨੈਸ ਦੇ ਲੈਵਲ ਤੇ ਦੇਖੇ ਸੀ, ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ। ਬਟ ਉਹ ਹੁਣ ਨੈਰੇਟਿਵਸ ਇੰਨਾ ਫੈਲ ਗਿਆ, ਜਿਵੇਂ ਤੁਸੀਂ ਦੱਸਿਆ ਅੰਗਰੇਜ਼ੀ ਵਿੱਚ ਵੀ ਆ ਗਿਆ ਤੇ ਹੁਣ ਦੀਆਂ ਸਰਕਾਰਾਂ ਦੇ ਵਿੱਚ ਵੀ ਆ ਗਿਆ। ਹੁਣ ਕਿਹਨੂੰ ਉਹ ਟੈਰਰਿਸਟ ਆਖੀ ਜਾਣਗੇ? ਇੱਕ ਇਹ ਵੀ ਗੱਲ ਹੋ ਗਈ, ਕਿਉਂਕਿ ਕਾਂਗਰਸ ਜਿਹੜੀ ਉਸ ਵੇਲੇ ਸੀ, ਹੁਣ 38 ਇਅਰਸ ਨਿਕਲ ਗਏ, ਉਸ ਤੋਂ ਬਾਅਦ BJPs ਵੀ ਆ ਗਈਆਂ, ਉਹਨਾਂ ਦੇ ਆਪਣੇ ਪੋਲੀਟੀਕਲ ਗੇਮਸ ਕਰਕੇ ਵੀ ਇਹਨਾਂ ਚੀਜ਼ਾਂ ਦਾ ਹੋਰ ਨਿਖਾਰ ਆਇਆ। ਉੱਥੇ ਫਾਈਂਡਿੰਗਸ ਜਿਹੜੀਆਂ ਰਿਪੋਰਟਸ 84 85 ਵਿੱਚ ਨੌਨ ਸਿੱਖਸ ਨੇ ਵੀ ਦਿੱਤੀਆਂ ਸੀ, ਉਹਨਾਂ ਨੂੰ ਸਰਕਾਰ ਨੇ ਬੈਨ ਕਰਤਾ ਸੀ, ਇਨਕਲੂਡਿੰਗ ਜੂਨ 84 ਦੀ ਰਿਪੋਰਟਸ ਨੂੰ। ਹੁਣ ਉਹ ਰਿਪੋਰਟਸ ਬੈਨ ਨਹੀਂ ਹੈਗੀਆਂ, ਉਹ ਫੈਲਾ ਦਿੱਤੀ ਗਈਆਂ ਦੁਨੀਆ 'ਚ, ਤੇ ਉਹਦੇ ਆਧਾਰ ਤੇ ਪੰਜਾਬ ਦੀ ਸਰਕਾਰ ਦੇ ਵਿੱਚ ਵੀ, ਪੰਜਾਬ ਦੀਆਂ ਆਪੋਜੀਸ਼ਨ ਤੇ ਐਸਟੈਬਲਿਸ਼ਡ ਪਾਰਟੀਆਂ, ਪੰਜਾਬ ਦੇ ਐਕਟਿਵਿਸਟ, ਉਹ ਵੀ ਇਹ ਇਸ਼ੂ ਪਾਰਲੀਮੈਂਟ ਵਿੱਚ ਵੀ ਉਠਾ ਰਹੇ ਨੇ। ਅੱਛਾ ਸਰ ਹਰਿੰਦਰ ਸਿੰਘ ਜੀ, ਇੱਕ ਗੱਲ ਹੋਰ ਦੱਸੋ ਵੀ ਜਿਹੜੀਆਂ ਪ੍ਰੋਕਲੇਮੇਸ਼ਨਸ ਹੋ ਰਹੀਆਂ ਨੇ, ਦੇਖੋ ਬਰਤਾਨੀਆ ਦੇ ਪਾਰਲੀਮੈਂਟ ਵਿੱਚ ਲੋਕਾਂ ਦੇ ਚੁਣੇ ਹੋਏ ਸਿੱਖ ਨੁਮਾਇੰਦਿਆਂ ਦੀ ਆਵਾਜ਼, ਕੈਨੇਡਾ ਦੇ ਪਾਰਲੀਮੈਂਟ ਵਿੱਚ ਲੋਕਾਂ ਦੇ ਚੁਣੇ ਹੋਏ ਆਮ ਸਿੱਖਾਂ ਦੀ ਜਿਹੜੀ ਆਵਾਜ਼ ਸੀ ਉਹ ਉੱਠੀ, ਭਾਰਤ ਸਰਕਾਰ ਦੇ ਖਿਲਾਫ ਉੱਠੀ, ਤੇ ਇਸ ਹਕੀਕਤ ਨੂੰ ਉਹਨਾਂ ਨੇ ਨੰਗਾ ਕੀਤਾ
ਔਰ ਇਸ ਤੋਂ ਬਿਨਾਂ ਤੁਹਾਡੇ ਅਮਰੀਕਾ ਵਰਗੀ ਵੱਡੀ ਜਿਹੜੀ ਸ਼ਕਤੀ ਸੀ, ਉੱਥੇ ਕੈਲੀਫੋਰਨੀਆ ਕੀ ਹੋਰ ਕਿੰਨੀਆਂ ਸਟੇਟਸ ਦੇ ਮੇਅਰਸ ਤੋਂ ਲੈ ਕੇ ਉੱਥੋਂ ਦੇ ਸੈਨੇਟਰਸ ਤੱਕ ਨੇ ਇਹ ਪ੍ਰੋਕਲੇਮੇਸ਼ਨ ਦਿੱਤੀ ਕਿ ਗਲਤ ਗੱਲ ਹੋਈ, ਜ਼ਿਆਦਤੀ ਹੋਈ ਇਸ ਕੌਮ ਦੇ ਨਾਲ। ਉਹਦਾ ਕਿੰਨਾ ਕੁ ਇੰਪੈਕਟ ਪਿਆ ਭਾਰਤ ਦੀ ਸਰਕਾਰ ਤੇ ਕਿੰਨਾ ਕੁ ਪੈ ਰਿਹਾ ਬਾਕੀ ਦੁਨੀਆ 'ਚ? ਉਹਦਾ ਦੇਖੋ ਜੀ, ਫਰਸਟ ਗੱਲ ਹੁੰਦੀ ਹੈ ਕਿ ਆਪਣੇ ਨੈਰੇਟਿਵ ਨੂੰ ਬਰਕਰਾਰ ਰੱਖਣਾ। ਉਸ ਲੈਵਲ ਤੇ ਤਾਂ ਬਹੁਤ ਇੰਪੈਕਟ ਪੈ ਰਿਹਾ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਉਹਨੂੰ ਸਪਿਨ ਕਿਵੇਂ ਕਰੀਏ। ਤੁਸੀਂ ਦੇਖੋਗੇ ਕਿਉਂਕਿ ਇਹ ਸਭ ਕੁਝ ਹੋ ਰਿਹਾ ਤੇ ਪਿਛਲੇ 10 ਸਾਲਾਂ ਵਿੱਚ ਜਿਹੜੀ ਸੈਕਿੰਡ ਜਨਰੇਸ਼ਨ ਨੇ ਹੋਰ ਅੱਗੇ ਆ ਕੇ ਇਹਨੂੰ ਕੀਤਾ, ਜਿਹੜੀ ਪੜ੍ਹੀ ਲਿਖੀ ਵੀ ਹੈ, ਜਿਵੇਂ ਕਿਹਾ ਕਿ ਜੋ ਆਪ ਨੁਮਾਇੰਦੇ ਵੀ ਬਣ ਗਏ ਨੇ ਡੈਮੋਕ੍ਰੇਸੀਜ਼ ਦੇ ਵਿੱਚ ਆਊਟਸਾਈਡ ਆਫ ਇੰਡੀਆ ਵੀ, ਭਾਵੇਂ ਜਿਹੜੀ ਮਰਜ਼ੀ ਪਾਰਟੀ ਦੇ ਹੋਣ। ਜਿਵੇਂ ਕੈਨੇਡਾ ਵਿੱਚ ਵੀ ਲਿਬਰਲਸ ਨੇ ਵੀ ਕੀਤਾ, ਕੰਜ਼ਰਵੇਟਿਵਸ ਨੇ ਵੀ ਕੀਤਾ ਤੇ ਐਨਡੀਪੀ ਨੇ ਵੀ ਕੀਤਾ। ਹੁਣ ਉਹ ਕੀ ਕਹਿਣਗੇ? ਉਹ ਕਿਉਂਕਿ ਇੰਨਾ ਕੁਝ ਹੋ ਗਿਆ, ਉਹ ਨੈਰੇਟਿਵ ਹੁਣ ਉਹ ਇਰੇਜ਼ ਨਹੀਂ ਕਰ ਪਾ ਰਹੇ ਨੇ ਜਿਹੜੀ ਅਸਲੀਅਤ ਲਿਆਉਣ ਦਾ। ਹੁਣ ਉਹਨਾਂ ਦੇ ਸਾਹਮਣੇ 2-3 ਚੁਣੌਤੀਆਂ ਖੜੀਆਂ ਨੇ। ਅੱਜ ਤੱਕ ਹਿੰਦੁਸਤਾਨ ਦੀ ਸਰਕਾਰ ਨੇ ਇਹਦਾ ਕੋਈ ਕਮਿਸ਼ਨ ਹੀ ਨਹੀਂ ਬਿਠਾਇਆ। ਇੰਡੀਆ ਦੇ ਵਿੱਚ ਕੇਸੀ ਸਿੰਘ ਜਿਹੜੇ ਫਾਰਮਰ ਐਮਬੈਸਡਰ ਨੇ, ਉਹਨਾਂ ਨੇ ਇੱਕ ਐਡੀਟੋਰੀਅਲ ਲਿਖਿਆ ਸੀ ਟ੍ਰਿਬਿਊਨ 'ਚ 2 ਸਾਲ ਹੋਏ। ਕਹਿੰਦੇ ਜਿਹੜੇ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਇੰਡੀਆ ਦੀ, ਇਹ ਕਹਿੰਦੀ ਰਹਿੰਦੀ ਹੈ ਡਾਇਸਪੋਰਾ ਵਿੱਚ ਇਹ ਹੋ ਰਿਹਾ, ਸਿੱਖ ਵੱਖਵਾਦੀ ਫੇਰ ਬਣ ਰਹੇ ਨੇ। ਤੁਸੀਂ ਕੀ ਕੀਤਾ ਅੱਜ ਤੱਕ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ? ਉਸ ਤੋਂ ਬਾਅਦ ਉਹਨਾਂ ਦਾ ਐਡੀਟੋਰੀਅਲ ਨਹੀਂ ਛਪਿਆ ਟ੍ਰਿਬਿਊਨ 'ਚ, ਇੰਗਲਿਸ਼ ਟ੍ਰਿਬਿਊਨ 'ਚ ਇੰਡੀਆ ਦੇ ਵਿੱਚ। ਕਹਿਣ ਦਾ ਭਾਵ ਇਹ ਕਿ ਜਿਹੜੇ ਇੰਡੀਆ ਦੇ ਵਿੱਚ ਵੀ IAS ਤੇ IFS ਨੇ, ਜਦੋਂ ਸਰਕਾਰ ਨੂੰ ਕੁਐਸਚਨ ਕਰਦੇ ਨੇ, ਉਹਨਾਂ ਕੋਲ ਹੁਣ ਆਨਸਰਸ ਨਹੀਂ ਮਿਲ ਰਹੇ। ਸੋ ਸਰਕਾਰ ਵੀ ਹੁਣ ਸੋਚ ਰਹੀ ਆ, ਜਿਵੇਂ ਏਜੰਸੀਜ਼ ਦੇ ਨੈਟਵਰਕਸ ਹੁੰਦੇ ਨੇ ਹਰ ਇੱਕ ਕੰਟਰੀ 'ਚ ਹੁੰਦੇ ਨੇ, ਉਹ ਹੁਣੇ ਕੋਈ ਮਾੜੀ ਗੱਲ ਨਹੀਂ ਹੁੰਦੀ। ਉਹਨਾਂ ਦੇ ਵਿੱਚੋਂ ਵੀ ਫਿਰ ਕਿਤਾਬਾਂ ਨਿਕਲ ਰਹੀਆਂ। ਪਿਛਲੇ ਸਾਲ ਖਾਲਿਸਤਾਨ ਕੰਸਪੀਰੇਸੀ ਤੇ ਫਾਰਮਰ ਇੰਟੈਲੀਜੈਂਸ ਏਜੰਸੀਜ਼ ਦੇ ਬੰਦਿਆਂ ਨੇ ਕਿਤਾਬਾਂ ਕੱਢੀਆਂ ਨੇ। ਸੋ ਕਹਿਣ ਦਾ ਭਾਵ ਹੈ ਕਿ ਉਹਨਾਂ ਦੇ ਵਿੱਚ ਵੀ ਇੱਕ ਕੇਓਸ ਚੱਲ ਰਹੀ ਆ। ਜਿਹੜੀ ਗੱਲ ਸੁਬਰਾਮਨ ਸਵਾਮੀ 1984 ਦੇ ਕਹਿ ਰਹੇ ਨੇ, ਬੀਜੇਪੀ ਦੇ ਆਲਟਰਨੇਟਿਵ ਲੀਡਰ ਨੇ, ਉਸ ਚੀਜ਼ ਨੂੰ ਕਿੰਨਾ ਤੋੜਿਆ ਮਰੋੜਿਆ ਗਿਆ ਬੀਜੇਪੀ ਵੱਲੋਂ ਵੀ ਤੇ ਕਾਂਗਰਸ ਵੱਲੋਂ ਵੀ। ਉਹ ਗੱਲਾਂ ਹੁਣ ਨੌਨ ਸਿੱਖ ਜਿਹੜੇ ਇੰਡੀਆ ਨੂੰ ਸਰਵ ਕਰਦੇ ਨੇ, ਜਿਹੜੇ IAS ਤੇ IPS ਤੇ IFS ਦੇ ਵਿੱਚ ਰਹੇ ਨੇ, ਉਹ ਆਪ ਹੀ ਸਿੱਧੇ ਰੂਪਾਂ 'ਚ ਹੁਣ ਕਹਿ ਰਹੇ ਨੇ, ਵਿਚ ਮੀਨਸ ਕਿ ਉਹਨਾਂ ਨੂੰ ਐਕਚੁਅਲੀ ਇਹ ਇੱਕ ਮੌਕਾ ਹੈਗਾ, ਜੇ ਹਿੰਦੁਸਤਾਨ ਦੀ ਸਰਕਾਰ ਵਾਕਈ ਚਾਹੁੰਦੀ ਆ ਐਕਚੁਅਲ ਰੈਕਨਸੀਲੀਏਸ਼ਨ ਵੱਲ ਜਾਣ ਦਾ, ਟਰੂਥ ਕਮਿਸ਼ਨ ਬਿਠਾਉਣ ਦਾ, ਜਿਹੜਾ ਉਹਨਾਂ ਨੇ 38 ਸਾਲ ਹੋ ਗਏ ਬਿਠਾਇਆ ਨਹੀਂ। ਇਹ ਉਹਨਾਂ ਦਾ ਬਣਦਾ ਜੇ ਉਹ ਵਾਕਈ ਇਹਨੂੰ ਸੋਲਵ ਕਰਨਾ ਚਾਹੁੰਦੇ ਨੇ, ਕਿਉਂਕਿ ਹਰ ਨੇਸ਼ਨ ਦੇ ਨਾ ਕੁਝ ਸਿਨਸ ਹੁੰਦੇ ਨੇ, ਕੋਟ ਅਨਕੋਟ ਕੁਝ ਪਾਪ ਹੁੰਦੇ ਨੇ, ਹੈਨਾ। ਅਮਰੀਕਾ ਦਾ ਓਰੀਜਨਲ ਸਿਨ ਸਲੇਵਰੀ ਮੰਨਿਆ ਜਾਂਦਾ। ਤੁਸੀਂ ਦੇਖੋ ਕਿ ਉਹਦੇ ਲਈ ਉਹਨਾਂ ਨੇ ਆਨਸਰਸ ਕੱਢਣੇ ਸ਼ੁਰੂ ਕੀਤੇ। ਨੇਟਿਵ ਅਮਰੀਕਨਸ ਦੇ ਜੈਨੋਸਾਈਡ ਦੀ ਗੱਲ ਕੈਨੇਡਾ ਵਿੱਚ ਚੱਲ ਰਹੀ ਆ। ਸੋ ਇੰਡੀਆ ਦੇ ਵੀ ਕੁਝ ਇਸ ਤਰ੍ਹਾਂ ਦੇ ਸਿਨਸ ਹੈਗੇ ਨੇ। ਹੁਣ ਜੇ ਤੁਸੀਂ ਪਾਪ ਨੂੰ ਧੋਣਾ, ਗੁਰਬਾਣੀ ਦੇ ਲਫ਼ਜ਼ਾਂ ਵਿੱਚ ਉਹ ਤਾਂ ਧੋਏ ਜਾਂਦੇ ਨੇ ਇੰਟਰਨਲ ਪਾਪ ਬੰਦੇ ਦੇ, ਉਹ ਧੋਪੈ ਨਾਵੇਂ ਕੇ ਰੱਖ, ਹੈਨਾ। ਉਹ ਅੰਦਰਲੇ ਅਸੀਂ ਰੱਬ ਦਾ ਨਾਮ ਲੈ ਕੇ ਉਹਨਾਂ ਨਾਲ ਜੁੜ ਕੇ ਅਸੀਂ ਧੋਈਦੇ ਨੇ। ਜਦ ਸਰਕਾਰਾਂ ਨੇ ਇਹ ਕਰਨਾ ਹੁੰਦਾ, ਉਹ ਪਹਿਲਾ ਕੰਮ ਉਹਦਾ ਹੁੰਦਾ ਕਿ ਐਕਨੋਲੇਜ ਕਰਨਾ ਆਪਣੀ ਗਲਤੀ ਨੂੰ। ਤੇ ਉਹ ਵਾਕਈ ਜੇ ਸੀਰੀਅਸ ਆ, ਭਾਵੇਂ ਉਹ ਕਰੰਟ ਐਡਮਿਨਿਸਟ੍ਰੇਸ਼ਨ ਹੈ ਇੰਡੀਆ ਦੀ ਤੇ ਭਾਵੇਂ ਫਾਰਮਰ ਨੇ, ਉਹਨਾਂ ਨੂੰ ਐਕਚੁਅਲੀ ਇਹਦੇ ਬਾਰੇ ਬੜਾ ਸੀਰੀਅਸਲੀ ਸੋਚਣ ਦੀ ਲੋੜ ਆ ਕਿ ਅਸੀਂ ਸਿੱਖਾਂ ਦੇ ਨਾਲ 47 ਦੀ ਨਹੀਂ ਗੱਲ ਕਰ ਸਕਦੇ, 84 ਦੀ ਤਾਂ ਕਰ ਲਓ ਕਿ what did we do wrong। ਸਾਡੇ ਹੋਮ ਮਿਨਿਸਟਰ ਨੇ, ਸਾਡੇ ਪ੍ਰਾਈਮ ਮਿਨਿਸਟਰ ਨੇ, ਸਾਡੇ ਜਿਹੜੇ ਉਸ ਵੇਲੇ ਦੇ ਜਰਨੈਲ ਸੀ ਜਿਨ੍ਹਾਂ ਨੂੰ ਆਊਟ ਆਫ ਰਿਟਾਇਰਮੈਂਟ ਲਿਆਇਆ ਗਿਆ, ਉਹ ਸਾਰਿਆਂ ਨੇ ਕਿਸ ਲੈਵਲ ਦੇ ਵੱਡੇ ਪਾਪ ਕੀਤੇ ਨੇ ਜਿਹੜੇ ਹਿੰਦੁਸਤਾਨ ਨੇ ਸਿੱਖਾਂ ਦੇ ਪ੍ਰਤੀ ਕੀਤੇ। ਇਹ ਇੱਕ ਓਪਰਚੁਨਿਟੀ ਆ, ਦੇ ਸ਼ੁੱਡ ਗੈਟ ਸੀਰੀਅਸ ਅਬਾਊਟ ਇਟ। ਅਦਰਵਾਈਜ਼ ਸਿੱਖਾਂ ਨੂੰ ਹੁਣ ਇਹਦੀ ਲੋੜ ਨਹੀਂ ਆ, ਬਾਏ ਦਾ ਵੇ ਹਿੰਦੁਸਤਾਨ ਨੂੰ ਇਹਦੀ ਲੋੜ ਆ। ਸਿੱਖਾਂ ਨੂੰ ਤਾਂ ਦੇਖੋ, ਗੁਰੂ ਅਰਜਨ ਸਾਹਿਬ ਦਾ ਮੈਂ ਅੱਜ ਵੀ ਸਵੇਰੇ ਉੱਠਿਆ, ਦਰਬਾਰ ਸਾਹਿਬ ਦਾ ਹੁਕਮ ਸੁਣਿਆ ਮੈਂ, ਉਹ ਸੋਰਠ ਮਹੱਲਾ 5ਵਾਂ 'ਚ ਹੀ ਆਇਆ, ਗੁਰੂ ਅਰਜਨ ਸਾਹਿਬ ਦਾ ਹੀ ਆ। ਕਹਿੰਦੇ ਸਾਡੇ ਲਈ ਤਾਂ ਜਲ ਵਿੱਚ ਤੇ ਥਲ ਵਿੱਚ ਤੇ ਊਚ ਤੇ ਨੀਚ ਤੇ ਹਰ ਜੀਵ ਵਿੱਚ ਤੇਰੀ ਜੋਤ ਦਿਖਦੀ ਹੈ। ਸਿੱਖਾਂ ਨੇ ਜੋ ਕਰਨਾ ਸੀ, ਪੰਜਾਬ ਨੇ ਜੋ ਕਰਨਾ ਸੀ, ਉਹ ਕਰ ਲਿਆ ਸੀ। ਅਸੀਂ ਇਸ ਚੀਜ਼ ਤੋਂ ਬਹੁਤ ਲਿਬਰੇਟ ਹੋ ਕੇ ਅੱਗੇ ਆ ਗਏ। ਅਸੀਂ ਤਾਂ ਜੋ ਕਰਨਾ ਸੀ ਕਰ ਲਿਆ। ਜੇ ਹਿੰਦੁਸਤਾਨ ਆਪਣੀ ਕਲੈਰਿਟੀ ਚਾਹੁੰਦਾ, ਆਪਣੀ ਕੌਨਸ਼ੀਅਸ ਨੂੰ ਕਲੀਨ ਕਰਨਾ ਚਾਹੁੰਦਾ, ਦਿਸ ਇਜ਼ ਦ ਸਟੇਟਸ ਰਿਸਪੌਂਸਿਬਿਲਿਟੀ।